अब जो डिस्कस करते हैं अपना फर्स्ट क्वेश्चन। अकॉर्डिंग टू एनसीईआरटी, डिग्निटी ऑफ मैनुअल लेबर, नॉन वायलेंस एंड प्योरिटी आर डैश वैल्यूज विच आर इंपॉर्टेंट टू रिफॉर्मिंग एजुकेशन। ਤਾਂ ਐਨਸੀਆਰਟੀ ਨੇ ਜਦੋਂ ਵੀ ਅਸੀਂ ਵੈਲਿਊ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿੰਨਾ ਨੇ ਕੀ ਓਪੀਨੀਅਨ ਦਿੱਤੇ ਆ ਉਹਦੇ ਬਾਰੇ ਵੀ ਜ਼ਰੂਰ ਡਿਸਕਸ ਕਰਦੇ ਹਾਂ, ਜਿਵੇਂ ਕਿ ਅਸੀਂ ਕਲਾਸ ਦੇ ਵਿੱਚ ਕੀਤਾ। ਤਾਂ ਐਨਸੀਆਰਟੀ ਨੇ 1976 ਦੇ ਵਿੱਚ ਆਪਦੀ ਓਪੀਨੀਅਨ ਦਿੱਤੀ ਸੀ ਮੋਰਲ ਐਜੂਕੇਸ਼ਨ ਨੂੰ, ਵੈਲਿਊ ਐਜੂਕੇਸ਼ਨ ਨੂੰ ਲੈ ਕੇ, ਤੇ ਕੀ ਆਖਿਆ ਸੀਗਾ ਕਿ ਡਿਗਨਿਟੀ ਆਫ ਮੈਨੂਅਲ ਲੇਬਰ ਜਾਨੀ ਕਿ ਹੱਥ ਰਾਹੀਂ ਕਿਰਤ ਕਰਨਾ, ਨॉन वायोलेंस मतलब कि अहिंसा, ते प्योरिटी यानी कि शुद्धता, ठीक है, डैश वैल्यूज विच आर इंपॉर्टेंट टू रिफॉर्मिंग एजुकेशन, के तीन वो वैल्यूज ने ਜਿਹੜੀਆਂ कि एजुकेशन ਦੇ ਵਿੱਚ ਸੁਧਾਰ ਕਰਨ ਦੇ ਲਈ बहुत ही महत्वपूर्ण। ਤਾਂ क्वेश्चन ये पूछा गया कि वैल्यूज है ਕਿਹੜੀਆਂ वैल्यूज, ठीक है, डिग्निटी ऑफ मैनुअल लेबर, नॉन वायलेंस ਤੇ प्योरिटी ਕਿਹੜੀਆਂ वैल्यूज अकॉर्डिंग टू एनसीईआरटी 1976। ਤਾਂ ਜਦੋਂ ਵੀ ਹੱਥ ਰਾਹੀਂ ਕਿਰਤ ਕਰਨ ਦੀ ਗੱਲ ਆਉਂਦੀ ਆ, ਕਿਉਂਕਿ ਗਾਂਧੀ ਜੀ ਨੇ ਇਹ ਵਿਚਾਰ ਦਿੱਤਾ ਸੀਗਾ ਕਿ ਕਿਤਾਬਾਂ ਤੋਂ ਜ਼ਿਆਦਾ है ना इस गल के उपर ध्यान देना चाहिए कि हथ राही किरत होवे, इस तरीके की एजुकेशन होवे, इस तरीके दी वैल्यूज होण जिहड़ियां इह सिखाउण कि हथ राही किरत करके तुसीं जिहड़ा हैगा कमा सकदे हो, अर्निंग करन जोग होण, ठीक है जी। तां नॉन वायोलेंस दे उपर भी गांधी जी ने जोर दिता है, ये सारे टर्म तुहानूं क्लीयर ने। प्योरिटी शुद्धता दे उपर, उच्चे करैक्टर दे उपर, सच्चाई दे उपर इन्हां ने जोर दिता, ते सारियां वैल्यूज नाम तो ही क्लीयर ने किहदे नाल रिलेटेड ने, गांधीयन वैल्यूज दे विच असीं इन्हां नूं शामिल करते हैं। सैकेंड क्वेश्चन अपने को, विच ऑफ फॉलोइंग ऑब्जेक्टिव ऑफ टीचिंग वैल्यू एजुकेशन टू प्री स्कूल चिल्ड्रन। ਤਾਂ ਇਹਨਾਂ ਵਿੱਚੋਂ ਕੀ ਆਬਜੈਕਟਿਵ ਹੈਗਾ, ਅਸੀਂ ਬੱਚਿਆਂ ਨੂੰ ਕਿਉਂ ਵੈਲਿਊ ਐਜੂਕੇਸ਼ਨ ਪ੍ਰੀ ਸਕੂਲ ਦੇ ਵਿੱਚ ਦਿੰਨੇ ਆ, ਕੀ ਉਦੇਸ਼ ਆ। ਮੇਕ ਰਿਸਪੌਂਸਿਬਲ ਐਂਡ ਕੋਆਪਰੇਟਿਵ ਸਿਟੀਜ਼ਨ, ਉਹਨਾਂ ਨੂੰ ਜ਼ਿੰਮੇਵਾਰ ਤੇ ਸਹਿ ਸੰਜੋਗੀ ਨਾਗਰਿਕ ਬਣਾਉਣ ਦੇ ਲਈ, ਇੱਕ ਦੂਜੇ ਨਾਲ ਚੰਗਾ ਰਿਲੇਸ਼ਨ ਬਣਾਉਣ ਵਾਲੇ ਨਾਗਰਿਕ ਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਇਹਦਾ ਉਦੇਸ਼ ਆ। then involving the evaluation criteria on value education, ਜਿਹੜੀ ਮੁੱਲਵਾਨ ਸਿੱਖਿਆ ਹੈਗੀ ਆ ਉਹਦੇ ਉੱਪਰ ਜਿਹੜੇ ਸਿੰਪਲੀ ਅਸੀਂ ਇਹ ਕਹੀਏ ਕਿ ਜਿਹੜੇ ਮੁੱਲ ਹੈਗੇ ਆ ਉਹਨਾਂ ਦੇ ਉੱਪਰ ਜਿਹੜੇ ਕਿਸ ਤਰੀਕੇ ਦੀ ਵੈਲਿਊਏਸ਼ਨ ਕਰਨੀ ਆ, ਉਹਦੇ ਕੀ ਮਾਪਦੰਡ ਨੇ, ਇਹ ਬੱਚੇ ਨੂੰ ਕਲੀਅਰ ਕਰਨ ਦੇ ਲਈ ਵੈਲਿਊ ਐਜੂਕੇਸ਼ਨ ਦੇਣੀ ਜ਼ਰੂਰੀ ਆ। ਅਲਟੀਮੇਟਲੀ ਇਹ ਦੱਸਣਾ ਬੱਚੇ ਨੂੰ ਜ਼ਰੂਰੀ ਆ ਕਿ ਕਿਹੜੀਆਂ ਵੈਲਿਊ ਐਜੂਕੇਸ਼ਨ ਨੇ, ਕਿਹੜੀ ਚੀਜ਼ ਸਹੀ ਆ, ਤੇ ਨਾਲ ਹੀ ਬੱਚੇ ਨੂੰ ਡਿਸੀਜ਼ਨ ਲੈਣ ਦੇ ਯੋਗ ਕਿਸੇ ਵੀ ਚੰਗੀ ਚੀਜ਼ ਆ ਕੋਈ ਮਾੜੀ ਚੀਜ਼ ਆ ਉਹਦੇ ਵਿੱਚੋਂ ਕਿਵੇਂ ਡਿਸੀਜਨ ਲੈਣਾ, ਆਪਣੇ ਆਪ ਨੂੰ ਕਿਵੇਂ ਪ੍ਰੈਜ਼ੈਂਟ ਕਰਨਾ, ਇਹ ਸਿਖਾਉਣਾ ਵੀ ਸਾਡੀਆਂ ਜਿਹੜੀਆਂ ਵੈਲਿਊ ਐਜੂਕੇਸ਼ਨ ਦਾ ਮੁੱਖ ਉਦੇਸ਼ ਆ। ਥਰਡ ਕੁਐਸਚਨ ਆਪਣੇ ਕੋਲ, ਵਿਚ ਮਿਨਿਸਟਰੀ ਐਮਫਸਿਸ ਔਨ ਇਨਕਲਕੇਸ਼ਨ ਵੈਲਿਊਜ਼ ਇਨ ਚਿਲਡਰਨ ਐਂਡ ਟੀਚਰ ਟ੍ਰੇਨਿੰਗ, ਕਿਹੜੀ ਮਿਨਿਸਟਰੀ ਆ ਨੀਚੇ ਦਿੱਤਿਆਂ ਵਿੱਚੋਂ ਜਿਹੜੀ ਕਿ ਬੱਚਿਆਂ ਦੇ ਵਿੱਚ ਵੈਲਿਊ ਐਜੂਕੇਸ਼ਨ ਨੂੰ ਪੈਦਾ ਕਰ, ਵੈਲਿਊਜ਼ ਨੂੰ, ਮੁੱਲਾਂ ਨੂੰ ਪੈਦਾ ਕਰਨ ਦੇ ਲਈ ਤੇ ਨਾਲ ਹੀ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੇ ਉੱਪਰ, ਮਤਲਬ ਕਿਵੇਂ ਬੱਚੇ ਨੂੰ ਵੈਲਿਊ ਐਜੂਕੇਸ਼ਨ ਦੇਣੀ ਆ, ਕਿਵੇਂ ਵੈਲਿਊ ਸਿਖਾਉਣੀ ਆ, ਇਹਦੇ ਉੱਪਰ ਜ਼ੋਰ ਦਿੰਦੀ ਆ। ਤਾਂ ਕਲੀਅਰ ਆ, ਕਿਉਂਕਿ ਅਸੀਂ ਪ੍ਰੀ ਸਕੂਲ ਐਜੂਕੇਸ਼ਨ ਦੀ ਗੱਲ ਕਰ ਰਹੇ ਆ ਤਾਂ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ ਬੱਚੇ ਨੂੰ ਕਿਵੇਂ ਸਿਖਾਇਆ ਜਾਊਗਾ, ਮਿਨਿਸਟਰੀ ਆਫ ਐਜੂਕੇਸ਼ਨ ਇਹਦੇ ਉੱਪਰ ਜ਼ੋਰ ਦਊਗੀ, ਕਿਉਂਕਿ ਸਾਡੀ ਮਿਨਿਸਟਰੀ ਆਫ ਐਜੂਕੇਸ਼ਨ ਹੀ ਆ, ਉਹਦੇ ਹੇਠਾਂ ਹੀ ਹੁਣ ਆ ਰਹੀ ਹੈਗੀ ਸਾਡੀ ਪ੍ਰੀ ਸਕੂਲ ਐਜੂਕੇਸ਼ਨ, ਠੀਕ ਹੈ ਜੀ। ਤਾਂ ਮਿਨਿਸਟਰੀ ਆਫ ਐਜੂਕੇਸ਼ਨ ਐਫਰਟ ਕਰ ਰਹੀ ਹੈਗੀ ਹੈ ਕਿ ਬੱਚਿਆਂ ਦੇ ਵਿੱਚ ਵੈਲਿਊ ਪੈਦਾ ਕਰਨ, ਇਸ ਤਰੀਕੇ ਨਾਲ ਸਿਲੇਬਸ ਹੋਵੇ, ਇਸ ਤਰੀਕੇ ਨਾਲ ਸਾਡਾ ਜਿਹੜਾ ਕਰਿਕੂਲਮ ਹੋਵੇ ਬੱਚਿਆਂ ਦਾ ਕਿ ਉਹਦੇ ਵਿੱਚ ਬੱਚੇ ਨੂੰ ਜਿਹੜੀਆਂ ਹੈਗੀਆਂ ਵੈਲਿਊਜ਼ ਉਹ ਕਲੀਅਰ ਹੋ ਸਕਣ, ਤੇ ਇਸ ਤਰੀਕੇ ਨਾਲ ਟੀਚਰਸ ਨੂੰ ਟ੍ਰੇਨਿੰਗ ਦੇ ਕੇ, ਸੈਮੀਨਾਰਸ ਦੇ ਕੇ ਟੀਚਰਸ ਨੂੰ ਵੀ ਟ੍ਰੇਨ ਕੀਤਾ ਜਾਵੇ ਕਿ ਕਿਵੇਂ ਪ੍ਰੀ ਸਕੂਲ ਦੇ ਬੱਚਿਆਂ ਨੂੰ ਟੀਚ ਕਰਨੀਆਂ ਨੇ ਵੈਲਿਊਜ਼, ਠੀਕ ਹੈ। ਇੱਥੇ ਕੁਐਸਚਨ ਬਹੁਤ ਇੰਪੋਰਟੈਂਟ ਆ, ਲੇਟੈਸਟ ਆ ਕਿ ਜਿਹੜੇ ਸਾਡੇ ਨਵੇਂ ਸਿੱਖਿਆ ਮੰਤਰੀ ਕੌਣ ਨੇ, ਤਾਂ ਧਰਮੇਂਦਰ ਪ੍ਰਧਾਨ। ਇਸ ਤੋਂ ਪਹਿਲਾਂ ਇਹਨਾਂ ਨੇ ਕਿਹਨਾਂ ਨੂੰ ਰਿਪਲੇਸ ਕੀਤਾ ਹੈਗਾ, ਤਾਂ ਜਿਹੜੇ ਸਾਡੇ ਕੋਲ ਰਮੇਸ਼ ਪੋਖਰਿਆਲ ਸੀ, ਜਿਨ੍ਹਾਂ ਨੂੰ ਕਿਉਂਕਿ ਜਿੰਦੋਂ ਤੱਕ ਦੇਖੋ ਅਸੀਂ ਸਿਲੇਬਸ ਕਰਦੇ ਰਹੇ ਖਾਸ ਕਰਕੇ ਐਨਟੀਟੀ ਦਾ, ਜਾਂ ਹੁਣ ਜਿਹੜਾ ਸੁਪਰਵਾਈਜ਼ਰ ਦਾ ਵੀ ਆਪਾਂ ਜਿੰਨਾ ਸਿਲੇਬਸ ਕੀਤਾ ਉਹ 'ਚ ਵੀ ਮੈਂ ਰਿਪੀਟ ਕਰ ਚੁੱਕੀ ਹਾਂ ਕਿ ਰਮੇਸ਼ ਪੋਖਰਿਆਲ ਸੀ, ਕਿਉਂਕਿ ਜਿਹੜਾ ਸੀਗਾ 7 ਤਰੀਕ ਨੂੰ ਰਿਕਰੂਟਮੈਂਟ ਹੁੰਦੀ ਆ, ਸਾਡੇ ਨਵੇਂ ਜਿਹੜੇ ਪੋਰਟਫੋਲੀਓ ਚੇਂਜ ਹੁੰਦਾ, ਤਾਂ ਜਿਹੜੇ ਜੁਲਾਈ ਦੇ ਵਿੱਚ ਸਾਡੇ ਨਵੇਂ ਸਿੱਖਿਆ ਮੰਤਰੀ ਬਣੇ ਉਹ ਕਿਹੜੇ ਨੇ, ਧਰਮੇਂਦਰ ਪ੍ਰਧਾਨ, ਠੀਕ ਹੈ ਜੀ। ਤੈਨੂੰ ਮੇਨ ਧਿਆਨ ਦੇ ਵਿੱਚ ਰੱਖਿਓ। ਤਾਂ ਜਿਹੜੀ ਵੈਲਿਊ ਐਜੂਕੇਸ਼ਨ ਆ ਸਕੂਲਾਂ ਦੇ ਉੱਪਰ ਖਾਸ ਕਰਕੇ ਬੱਚਿਆਂ ਨੂੰ ਇਹਦੇ 'ਚ ਪ੍ਰੋਵਾਈਡ ਕਰਨੀ ਆ, ਕਿਸ ਤਰੀਕੇ ਨਾਲ ਪ੍ਰੋਵਾਈਡ ਕਰਨੀ ਆ, ਇਹ ਕਿਹਦੇ ਅੰਡਰ ਹੈ, ਸਾਡੀ ਮਿਨਿਸਟਰੀ ਆਫ ਐਜੂਕੇਸ਼ਨ ਇਹਦੇ ਲਈ ਐਫਰਟਸ ਕਰ ਰਹੀ ਹੈ। ਕਲੀਅਰ ਜੀ। ਅੱਛਾ, ਕਿਉਂਕਿ ਇਹ ਬੇਟਾ ਪ੍ਰੀ ਸਕੂਲ ਐਜੂਕੇਸ਼ਨ ਦੇ ਟੌਪਿਕਸ ਨੇ, ਇੱਕ ਤਰੀਕੇ ਨਾਲ ਪ੍ਰੀ ਸਕੂਲ ਐਜੂਕੇਸ਼ਨ ਹੀ ਆ ਨਾ, ਆਪਾਂ ਇੱਥੇ ਗੱਲ ਕਰ ਰਹੇ ਆ ਕਿਵੇਂ ਵੈਲਿਊ ਸਿਖਾਉਣੀ ਆ, ਕੀ ਇਨਕਲੂਸਿਵ ਐਜੂਕੇਸ਼ਨ ਆ। ਤਾਂ ਮੈਂ ਬਾਰ-ਬਾਰ ਇਹ ਆਖਦੀ ਹੁੰਦੀ ਆ ਕਿ ਜੇ ਸੁਪਰਵਾਈਜ਼ਰ ਵਾਲਿਆਂ ਨੂੰ ਟੌਪਿਕ ਨਹੀਂ ਵੀ ਦਿੱਤੇ ਹੋਏ, ਕਿਉਂਕਿ ਉਹਨਾਂ ਨੂੰ ਇੱਕ ਟੌਪਿਕ ਆ ਪ੍ਰੀ ਸਕੂਲ ਐਜੂਕੇਸ਼ਨ, ਜਿੱਥੇ ਪ੍ਰੀ ਸਕੂਲ ਐਜੂਕੇਸ਼ਨ ਆ ਤਾਂ ਉੱਥੇ ਸਾਰੇ ਟੌਪਿਕ ਆਪਣੇ ਆਪ ਹੀ ਵਿੱਚ ਹੋ ਜਾਂਦੇ ਆ। ਇਹ ਅਸੀਂ ਅੱਡ ਜਿਹੜਾ ਹੈ
ਕਲਾਸਿਸ ਦੇ ਵਿੱਚ ਟੌਪਿਕ ਨਹੀਂ ਕਰਾਂਗੇ, ਬਟ ਤੁਹਾਡੇ ਲਈ ਇੱਕ ਅੱਛੀ ਓਪਰਚੁਨਿਟੀ ਆ ਕਿ ਐਨਟੀਟੀ ਵਾਲੇ ਇਹਨਾਂ ਕੁਐਸਚਨਸ ਨੂੰ ਕਰ ਰਹੇ ਆ ਹਨਾ, ਤਾਂ ਤੁਹਾਡੇ ਲਈ ਜਿਹੜਾ ਬੈਨੀਫੀਸ਼ੀਅਲ ਹੋ ਸਕਦੇ ਆ ਜੇ ਕੋਈ ਕੁਐਸਚਨ ਇਹਦੇ ਨਾਲ ਰਿਲੇਟ ਆਉਂਦਾ ਜਾਂ ਤੁਹਾਡੇ ਕਨਸੈਪਟ ਇਥੋਂ ਕਲੀਅਰ ਹੋ ਜਾਣਗੇ। फोर्थ क्वेश्चन अपने को विच ऑफ फॉलोइंग इज रॉन्ग पेयर फॉर टीचिंग वैल्यूज। जो बच्चे नू वैल्यूज टीच करनियां हैगियां तां अपने को हेठ लिखियां दे विचों किहड़ा रॉन्ग पेयर आ। ਜਦੋਂ ਵੀ ਆਪਾਂ ਵੈਲਿਊ ਐਜੂਕੇਸ਼ਨ ਟੀਚ ਕਰਦੇ ਆ ਆਪਣੇ ਕੋਲ ਟੀਚਰ ਕੋਲ ਦੋ ਮੈਥਡ ਹੁੰਦੇ ਆ ਵੈਲਿਊ ਟੀਚ ਕਰਨ ਦੇ, ਇੱਕ ਹੁੰਦਾ ਡਾਇਰੈਕਟ ਮੈਥਡ, ਇੱਕ ਹੁੰਦਾ ਇਨਡਾਇਰੈਕਟ ਮੈਥਡ। ਡਾਇਰੈਕਟ ਮੈਥਡ ਕੀ ਹੁੰਦਾ, ਜਦੋਂ ਇੱਕ ਟੀਚਰ ਆਪਦਾ ਕਰੈਕਟਰ ਬੱਚੇ ਦੇ ਸਾਹਮਣੇ ਉਸ ਤਰੀਕੇ ਨਾਲ ਪੇਸ਼ ਕਰੇ ਜਾਂ ਮਹਾਨ ਲੋਕਾਂ ਦੀਆਂ ਜਿਹੜੇ ਮਹਾਨ ਮੁੱਲ ਸੀਗੇ ਉਹਨਾਂ ਨੂੰ ਡਾਇਰੈਕਟਲੀ ਇੰਟਰੋਡਿਊਸ ਕਰੇ ਇੱਕ ਬੱਚੇ ਨੂੰ। ਮੰਨ ਲਓ ਮੈਂ ਇਹ ਕਿਹਾ ਕਿ ਗਾਂਧੀ ਜੀ ਨੇ ਕਿਤਾਬਾਂ ਦੀ ਬਜਾਏ ਅਜਿਹੇ ਮੁੱਲ ਸਿਖਾਉਣ ਦੇ ਉੱਪਰ ਜ਼ੋਰ ਦਿੱਤਾ, ਅਜਿਹੀਆਂ ਚੀਜ਼ਾਂ ਸਿਖਾਉਣ ਦੇ ਉੱਪਰ ਜ਼ੋਰ ਦਿੱਤਾ ਜਿਹਦੇ ਰਾਹੀਂ ਬੱਚਾ ਕਿਰਤ ਕਰਕੇ ਆਪਦਾ ਫਿਊਚਰ ਸਿਕਿਉਰ ਕਰ ਸਕੇ ਹਨਾ। ਜੇ ਆਪਾਂ ਕੀ ਉਹਨਾਂ ਨੇ ਸਚਾਈ ਦੇ ਉੱਪਰ ਜ਼ੋਰ ਦਿੱਤਾ, ਤਾਂ ਮੈਂ ਇੱਥੇ ਮੈਂਸ਼ਨ ਕੀਤਾ ਕਿ ਗਾਂਧੀ ਜੀ ਮਤਲਬ ਮੈਂ ਡਾਇਰੈਕਟਲੀ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੀਆਂ ਜਿਹੜੀਆਂ ਸਟੋਰੀਜ਼ ਸੁਣਾ ਕੇ ਇੱਕ ਬੱਚੇ ਦੇ ਵਿੱਚ ਜਦੋਂ ਵੈਲਿਊ ਐਜੂਕੇਸ਼ਨ ਇੰਟਰੋਡਿਊਸ ਕਰੂੰਗੀ ਉਹਦੇ ਵਿੱਚ ਭਰਨ ਦੀ ਕੋਸ਼ਿਸ਼ ਕਰੂੰਗੀ ਤਾਂ ਡਾਇਰੈਕਟ ਮੈਥਡ ਹੋਊਗਾ। ਤਾਂ ਡਾਇਰੈਕਟ ਮੈਥਡ ਦੇ ਵਿੱਚ ਕੀ ਆ ਜਾਣਗੀਆਂ, ਟੀਚਰ ਦਾ ਖੁਦ ਦਾ ਕਰੈਕਟਰ ਜਿਵੇਂ ਉਹ ਰਿਪਰੈਜ਼ੈਂਟ ਕਰੂਗਾ ਬੱਚੇ ਦੇ ਸਾਹਮਣੇ, ਬਾਇਓਗ੍ਰਾਫੀ ਜਿਹੜੇ ਵੀ ਮਹਾਨ ਲੋਕ ਹੋਏ ਨੇ ਉਹਨਾਂ ਦੀਆਂ ਬਾਇਓਗ੍ਰਾਫੀਜ਼ ਦੱਸ ਸਕਦਾ ਹੈਗਾ, ਠੀਕ ਹੈ। ਤੇ ਜਿਹੜੇ ਵੀ ਮਤਲਬ ਆਪਦੀ ਜ਼ਿੰਦਗੀ ਦੀਆਂ ਅਸਲੀਅਤ ਜਿਹੜੀਆਂ ਉਦਾਹਰਨਾਂ ਨੇ ਉਹ ਦੇ ਸਕਦਾ ਹੈਗਾ। ਇਹ ਸਾਰੇ ਡਾਇਰੈਕਟ ਮੈਥਡ ਹੋਣਗੇ। ਇਨਡਾਇਰੈਕਟ ਮੈਥਡ ਦੇ ਵਿੱਚ ਆਉਣਗੇ ਆਪਣੇ ਕੋਲ ਕੋ ਕਰਿਕੂਲਰ ਐਕਟੀਵਿਟੀਜ਼, ਜਿਹਦੇ ਚ ਟੀਚਰ ਡਾਇਰੈਕਟ ਇਹ ਨਹੀਂ ਇੰਟਰੋਡਿਊਸ ਕਰਦਾ ਕਿ ਮੈਂ ਵੈਲਿਊ ਦੱਸ ਰਿਹਾ, ਬਸ ਉਹ ਬੱਚੇ ਇੱਕ ਦੂਜੇ ਨਾਲ ਰਹਿ ਕੇ ਉਹਨਾਂ ਐਕਟੀਵਿਟੀਜ਼ ਦੇ ਵਿੱਚ ਖੁਦ ਬ ਖੁਦ ਵੈਲਿਊਜ਼ ਸਿੱਖਦੇ ਰਹਿੰਦੇ ਆ, ਠੀਕ ਹੈ। ਤਾਂ ਡਾਇਰੈਕਟ ਮੈਥਡ ਆਪਣੇ ਕੋਲ ਇਹੀ ਦੱਸਿਆ ਗਿਆ ਕਿ ਕਿਹੜਾ ਡਾਇਰੈਕਟ ਮੈਥਡ ਆ ਤੇ ਉਹਦੇ ਚ ਜਿਹੜਾ ਨਾਲ ਦਿੱਤੀ ਹੋਈ ਐਕਟੀਵਿਟੀ ਉਹਦੇ ਨਾਲ ਸੂਟ ਕਰਦੀ ਹੈ ਜਾਂ ਨਹੀਂ। ਤਾਂ ਡਾਇਰੈਕਟ ਮੈਥਡ ਦੇ ਵਿੱਚ ਬਾਇਓਗ੍ਰਾਫੀ ਆਫ ਲੈਜੈਂਡਸ ਆਊਗਾ, ਇਹ ਬਿਲਕੁਲ ਠੀਕ ਆ। ਦੈਨ ਆ ਗਿਆ ਇਨਡਾਇਰੈਕਟ ਮੈਥਡ। ਇਨਡਾਇਰੈਕਟ ਮੈਥਡ ਦੇ ਵਿੱਚ ਗੇਮਸ ਆਉਣਗੀਆਂ ਬਿਕੋਜ਼ ਇੱਕ ਕੋ ਕਰਿਕੂਲਰ ਐਕਟੀਵਿਟੀਜ਼ ਆ। ਇਨਡਾਇਰੈਕਟ ਮੈਥਡ ਦੇ ਵਿੱਚ ਪ੍ਰੇਅਰ ਆ ਜੂਗੀ, ਸਾਡੀ ਮਾਰਨਿੰਗ ਅਸੈਂਬਲੀ ਆ ਜੂਗੀ, ਇਹ ਵੀ ਕਰੈਕਟ ਆ। ਜਿਹੜਾ ਕਰੈਕਟ ਪੇਅਰ ਨਹੀਂ ਹੈਗਾ ਉਹ ਹੈਗਾ ਡਾਇਰੈਕਟ ਮੈਥਡ ਦੇ ਵਿੱਚ ਇਹਨਾਂ ਨੇ ਸਪੀਚ ਕੰਪੀਟੀਸ਼ਨ ਦਿੱਤਾ ਹੈ। ਬੱਚੇ ਦੇ ਜਿਹੜੇ ਕੰਪੀਟੀਸ਼ਨ ਹੈਗੇ ਆ ਉਹ ਵੀ ਇਨਡਾਇਰੈਕਟ ਨੇ, ਠੀਕ ਹੈ ਜੀ। ਇੱਕ ਬੱਚੇ ਦੇ ਵਿੱਚ ਛੋਟੀ ਜੀ, ਚਲੋ ਮੰਨ ਲਓ 15 ਅਗਸਤ ਹੈ ਤਾਂ 15 ਅਗਸਤ ਦੇ ਉੱਪਰ ਬੱਚਾ ਸਪੀਚ ਦੇ ਰਿਹਾ ਹੈਗਾ, ਉਹਦੇ ਚੋਂ ਸਪੀਚ ਦੇ ਥਰੂ ਕਿ ਕੁਝ ਗੱਲਾਂ ਦੇ ਬਾਰੇ ਕਿਸੇ ਪਰਸਨ ਨੂੰ ਅਟਰੈਕਟ ਕਰ ਸਕਦਾ, ਇੱਕ ਦੂਜੇ ਨੂੰ ਕਰੈਕਟ ਕਰ ਸਕਦਾ, ਆਪ ਕੋ ਸਿੱਖ ਸਕਦਾ, ਬਟ ਉਹ ਡਾਇਰੈਕਟ ਮੈਥਡ ਨਹੀਂ, ਅਸੀਂ ਡਾਇਰੈਕਟਲੀ ਵੈਲਿਊਜ਼ ਦੀ ਗੱਲ ਨਹੀਂ ਕਰ ਰਹੇ, ਠੀਕ ਹੈ ਜੀ। ਤਾਂ ਇਹ ਕਿਹੜਾ ਹੈਗਾ ਡਾਇਰੈਕਟ ਮੈਥਡ ਨਹੀਂ ਆ ਸਪੀਚ ਕੰਪੀਟੀਸ਼ਨ। ਤਾਂ ਆਪਣੇ ਕੋਲ ਇੱਥੇ ਹੀ ਪੁੱਛਿਆ ਗਿਆ ਸੀ ਕਿ ਰੋਂਗ ਪੇਅਰ ਕਿਹੜਾ, ਤਾਂ ਜਿਹੜਾ ਸਪੀਚ ਕੰਪੀਟੀਸ਼ਨ ਉਹ ਇਨਡਾਇਰੈਕਟ ਮੈਥਡ ਆ, ਡਾਇਰੈਕਟ ਨਹੀਂ। ਦੈਨ ਹੈਗਾ ਆਪਣੇ ਕੋਲ ਫਿਫਥ ਪੈਰਿਸ ਐਗਰੀਮੈਂਟ 2016 ਡੀਲਸ ਵਿਦ। ਜਿਹੜਾ ਪੈਰਿਸ ਐਗਰੀਮੈਂਟ ਆ ਹਨਾ, ਜਿਹੜਾ ਆਪਣੇ ਕੋਲ ਪੈਰਿਸ ਐਗਰੀਮੈਂਟ ਕਦੋਂ ਹੋਇਆ ਸੀ, 2016 ਦੇ ਵਿੱਚ ਹੋਇਆ ਸੀਗਾ। ਤੇ ਇਹ ਕਿਹਦੇ ਨਾਲ ਡੀਲ ਕਰਦਾ, ਮਤਲਬ ਸਮਝੌਤਾ ਕਿਹਦੇ ਨਾਲ ਸੰਬੰਧਿਤ ਆ। ਤਾਂ ਜਿਹੜਾ ਇਹ ਸਮਝੌਤਾ ਸੀਗਾ ਇਹ ਕਲਾਈਮੇਟ ਚੇਂਜ ਦੇ ਨਾਲ ਰਿਲੇਟ ਕਰਦਾ, ਯਾਨੀ ਕਿ ਜੋ ਸਾਡਾ ਡੇ ਬਾਏ ਡੇ ਚੇਂਜ ਹੋ ਰਿਹਾ ਹੈਗਾ ਮੌਸਮ ਹਨਾ, ਜੋ ਤਬਦੀਲੀਆਂ ਹੋ ਰਹੀਆਂ ਨੇ ਮੌਸਮ ਦੇ ਵਿੱਚ, ਉਹਦੇ ਨਾਲ ਡੀਲ ਕਰਦਾ ਹੈਗਾ ਸਾਡਾ ਪੈਰਿਸ ਐਗਰੀਮੈਂਟ, ਠੀਕ ਹੈ ਜੀ। ਕਾਫੀ ਸਾਰੇ ਐਗਰੀਮੈਂਟ ਹੋਏ ਆ। 1972 ਦੇ ਵਿੱਚ ਹੋਇਆ ਸੀਗਾ ਸਟਾਕਹੋਮ ਕਾਨਫਰੰਸ, ਜਿਹਦੇ ਚ ਇਕੋ ਡਿਵੈਲਪਮੈਂਟ ਬਾਰੇ ਗੱਲ ਕੀਤੀ ਸੀ, ਕਲਾਸ ਦੇ ਵਿੱਚ ਕਰ ਚੁੱਕੇ ਆ ਸਾਰੇ, ਠੀਕ ਹੈ। ਸਟਾਕਹੋਮ ਜਿਹੜਾ ਆਪਣਾ ਪੈਰਿਸ ਐਗਰੀਮੈਂਟ ਆ ਕਲਾਈਮੇਟ ਚੇਂਜ ਦੇ ਨਾਲ, ਸਟਾਕਹੋਮ ਆ ਜਿਹੜਾ 1972 ਦੇ ਵਿੱਚ ਲਾਂਚ ਹੋਇਆ ਸੀਗਾ, ਕਾਨਫਰੰਸ ਹੋਈ ਸੀਗੀ ਸਟਾਕਹੋਮ ਦੇ ਵਿੱਚ, ਹੋਈ ਸੀ ਸਵੀਡਨ ਦੇ ਵਿੱਚ। ਤੇ ਇਹਦੇ ਜਿਹੜਾ ਹੈਗਾ ਵਾਤਾਵਰਣ ਦੇ ਵਿੱਚ ਜੋ ਚੇਂਜਸ ਹੋ ਰਹੀਆਂ ਉਹਦੇ ਬਾਰੇ ਡਿਸਕਸ ਕੀਤਾ ਗਿਆ ਸੀਗਾ। ਇੱਕ ਅਰਥ ਸਮਿਟ ਹੋਈ ਸੀਗੀ ਰੀਓ ਦੀ ਜਨੈਰੀਓ ਬ੍ਰਾਜ਼ੀਲ ਦੇ ਵਿੱਚ 1992 ਦੇ ਵਿੱਚ, ਠੀਕ ਹੈ। ਜਿਹੜੀ ਓਜ਼ੋਨ ਲੇਅਰ ਹੈਗੀ ਉਹਨੂੰ ਲੈ ਕੇ ਵੀ ਇੱਕ ਮੇਜਰ ਕਾਨਫਰੰਸ ਹੋ ਚੁੱਕੀ ਆ, ਮੌਂਟਰੀਅਲ ਪ੍ਰੋਟੋਕੋਲ ਆਖਦੇ ਆ ਉਹਨੂੰ ਅਸੀਂ, ਇਹ ਵੀ ਕਦੋਂ ਹੋਈ ਸੀ 1987 ਦੇ ਵਿੱਚ, ਠੀਕ ਹੈ। ਕਈ ਵਾਰ ਬਹੁਤ ਘੱਟ ਚਾਂਸ ਆ ਵੈਸੇ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਣ, ਬਟ ਫਿਰ ਵੀ ਕਈ ਵਾਰੀ ਫॉर ਜੀਕੇ ਦੇ ਪਰਸਪੈਕਟਿਵ ਹਨਾ, ਜੀਕੇ ਦੇ ਪਰਸਪੈਕਟਿਵ ਨਾਲ ਕਈ ਵਾਰ ਇਸ ਤਰੀਕੇ ਦਾ ਕੁਐਸਚਨ ਪੁੱਛ ਲਿਆ ਜਾਂਦਾ, ਇਸ ਕਰਕੇ ਇਹ ਵੀ ਕਲੀਅਰ ਕਰਨੇ ਜ਼ਰੂਰੀ ਆ। ਤਾਂ ਜਿਹੜਾ ਸਾਡਾ ਪੈਰਿਸ ਐਗਰੀਮੈਂਟ ਆ 2016 ਦੇ ਵਿੱਚ ਹੋਇਆ ਸੀਗਾ, ਪੈਰਿਸ ਦੇ ਵਿੱਚ ਕਾਫੀ ਸਾਰੇ ਦੇਸ਼ਾਂ ਦੇ ਵਿਚਕਾਰ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ, ਮੌਸਮ ਬਦਲ ਰਿਹਾ, ਉਹਦੇ ਨਾਲ ਰਿਲੇਟਡ ਹੀ ਇਹ ਸਮਝੌਤਾ ਸੀਗਾ। ਉਹਨਾਂ ਪ੍ਰੋਬਲਮਸ ਨੂੰ ਕਿਵੇਂ ਟੈਕਲ ਕਰਨਾ ਉਹਦੇ ਨਾਲ ਰਿਲੇਟਡ। 6th ਕੁਐਸਚਨ ਆਪਣੇ ਕੋਲ ਥੀਮ ਆਫ ਦਾ ਵਰਲਡ ਇਨਵਾਇਰਨਮੈਂਟ ਡੇ 2021। ਤਾਂ ਜਿਹੜਾ ਸਾਡੇ ਕੋਲ ਵਰਲਡ ਇਨਵਾਇਰਨਮੈਂਟ ਡੇ ਸੀਗਾ, ਵਿਸ਼ਵ ਵਾਤਾਵਰਣ ਦਿਵਸ ਆ, ਇਹ ਤੁਸੀਂ ਦੱਸੋ ਕਮੈਂਟ ਬਾਕਸ ਦੇ ਵਿੱਚ ਕਿ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ। 2020 ਦਾ ਥੀਮ ਕੀ ਸੀਗਾ, ਤਾਂ 2020 ਦਾ ਥੀਮ ਹੈਗਾ ਇਕੋਸਿਸਟਮ ਰੀਸਟੋਰੇਸ਼ਨ, ਠੀਕ ਹੈ ਜੀ। ਇਕੋਸਿਸਟਮ ਰੀਸਟੋਰੇਸ਼ਨ ਆ ਜਿਹੜਾ ਇਹਦਾ ਥੀਮ ਸੀ। ਦੈਨ ਹੈਗਾ ਆਪਣੇ ਕੋਲ ਨੈਕਸਟ ਕੁਐਸਚਨ ਹਾਈਜੀਨ ਇਜ਼, ਹਾਈਜੀਨ ਕੀ ਆ, ਸਵੱਛਤਾ ਕੀ ਆ।
ਤਾਂ ਇਹ ਵੀ ਤੁਹਾਨੂੰ ਇੱਕ ਅਲੱਗ ਟੌਪਿਕ ਹੈਗਾ ਜਿਹਦੇ ਚ ਐਨਟੀਟੀ ਵਾਲਿਆਂ ਨੂੰ ਅਲੱਗ ਟੌਪਿਕ ਆ। ਹਾਈਜੀਨ ਕੀ ਹੈਗੀ ਹੈ? ਕਲੀਨ ਯੋਰਸੈਲਫ, ਆਪਣੇ ਆਪ ਨੂੰ ਕਲੀਨ ਕਰਨਾ, ਠੀਕ ਹੈ, ਇਹ ਵੀ ਸਹੀ ਆ। ਕਲੀਨ ਯੋਰ ਸਰਾਊਂਡਿੰਗ, ਆਪਣੇ ਆਲੇ ਦੁਆਲੇ ਨੂੰ ਸਾਫ਼ ਕਰਨਾ, ਇਹ ਵੀ ਸਹੀ ਆ। ਕਲੀਨ yourself and your surrounding to protect from diseases, ਠੀਕ ਹੈ, ਇਹ ਸਾਡੇ ਕੋਲ ਬਿਲਕੁਲ ਪਰਫੈਕਟ ਆਨਸਰ ਆ। ਕਿਉਂ? ਦੇਖੋ ਜੇ ਤਾਂ ਇੱਥੇ ਦਿੱਤਾ ਹੁੰਦਾ all of these, ਫਿਰ ਵੀ ਆਪਾਂ ਉੱਪਰਲੀਆਂ ਤਿੰਨਾਂ ਸਟੇਟਮੈਂਟਾਂ ਨੂੰ ਸਹੀ ਕਹਿ ਸਕਦੇ ਸੀ, ਬਟ ਜਦੋਂ ਸਾਡੇ ਕੋਲ ਸਾਰੀਆਂ ਸਟੇਟਮੈਂਟਾਂ ਸਹੀ ਹੋਣ ਨਾ ਬੇਟਾ, ਕਦੇ ਵੀ MCQs ਦੇ ਵਿੱਚ ਇਹ ਚੀਜ਼ ਨੂੰ ਖਾਸ ਕਰਕੇ ਜਦੋਂ ਤੁਸੀਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਵਾਲਾ ਪੋਰਸ਼ਨ ਅਟੈਂਪਟ ਕਰ ਰਹੇ ਆ, ਜਦੋਂ ਤੁਹਾਡੇ ਕੋਲ 4 ਚੀਜ਼ਾਂ ਸਹੀ ਦਿੱਤੀਆਂ ਹੋਈਆਂ ਤਾਂ ਵਿੱਚੋਂ ਇੱਕ ਪਰਫੈਕਟ ਆਨਸਰ ਆ ਜਿਹੜਾ ਤੁਸੀਂ ਫਾਈਂਡ ਕਰਨਾ ਹੁੰਦਾ, ਤੇ ਤੁਹਾਡਾ ਪਰਫੈਕਟ ਆਨਸਰ ਉਹ ਹੁੰਦਾ ਜਿਹੜਾ ਕਿ ਪੂਰੇ ਦੇ ਪੂਰੇ ਜੋ ਕੁਐਸਚਨ ਪੁੱਛਿਆ ਗਿਆ ਉਹਨੂੰ ਕਵਰ ਅਪ ਕਰਦਾ ਹੋਵੇ, ਉਹਦਾ ਜਿਹੜਾ ਹੈਗਾ ਉਹਦੇ ਹਰ ਇੱਕ ਕਾਰਨਰ ਤੋਂ ਆਨਸਰ ਦਿੰਦਾ ਹੋਵੇ। ਤਾਂ ਆਪਣੇ ਕੋਲ ਇੱਥੇ ਕੀ ਹੈਗਾ? C ਆਪਸ਼ਨ। 8th ਕੁਐਸਚਨ ਆਪਣੇ ਕੋਲ, which of following not suitable to teach hygiene to preschool children? preschool ਜਿਹੜੇ ਬੱਚੇ ਹੈਗੇ ਨੇ 3 ਤੋਂ 6 ਸਾਲ ਦੇ ਬੱਚੇ ਨੇ, ਉਹਨਾਂ ਨੂੰ ਜਦੋਂ ਤੁਸੀਂ ਹਾਈਜੀਨ ਟੀਚ ਕਰਨੀ ਹੈਗੀ ਆ, ਹਾਈਜੀਨ ਦੇ ਬਾਰੇ ਪੜਾਉਣਾ, ਤਾਂ ਕਿਹੜਾ ਇੱਕ ਪਰਫੈਕਟ ਮੈਥਡ ਇੱਥੇ ਨਹੀਂ ਆ। ਠੀਕ ਹੈ, ਇਹ ਤੁਹਾਨੂੰ ਕਲਾਸ ਦੇ ਵਿੱਚ ਕਰਵਾਏ ਗਏ ਸੀਗੇ ਸਾਰੇ ਹੀ ਮੈਥਡ ਆ ਨਾ, ਕਿ ਤੁਸੀਂ ਕਿਵੇਂ ਇੱਕ ਬੱਚੇ ਜਿਹੜੇ ਬੱਚੇ ਨੂੰ ਹੈਗੀ ਆ ਹਾਈਜੀਨ ਸਿਖਾਉਣੀ ਹੈਗੀ ਆ, ਆਪਾਂ ਕਿਹੜੇ ਕਿਹੜੇ ਮੈਥਡ ਜਿਹੜੇ ਇਹਦੇ ਲਈ ਅਡਾਪਟ ਕਰ ਸਕਦੇ ਆ ਹਨਾ। ਇੱਕ ਛੋਟਾ ਬੱਚਾ ਤਾਂ ਉਹਦੇ ਲਈ ਡਿਫਰੈਂਟ ਮੈਥਡ ਆ ਜਿਹੜੇ ਆਪਾਂ ਅਡਾਪਟ ਕਰਦੇ ਆ ਜਦੋਂ ਵੀ ਅਸੀਂ ਕਿਸੇ ਬੱਚੇ ਨੂੰ, ਖਾਸ ਤੌਰ ਤੇ ਛੋਟੇ 3 ਤੋਂ 6 ਸਾਲ ਦੇ ਬੱਚੇ ਨੂੰ ਪੜਾਵਾਂਗੇ। ਕੀ ਪੜਾਵਾਂਗੇ? ਜਿਹੜੀ ਸਾਡੀ ਹਾਈਜੀਨ ਸਿਖਾਵਾਂਗੇ। ਠੀਕ ਹੈ ਜੀ, ਤਾਂ ਜਦੋਂ ਵੀ ਅਸੀਂ ਬੱਚੇ ਨੂੰ ਸਿਖਾਉਣੀ ਹੈਗੀ ਆ ਹਾਈਜੀਨ, ਤਾਂ ਆਪਾਂ ਕੀ ਕਹਿ ਸਕਦੇ ਆ? ਆਰਗੇਨਾਈਜ਼ ਕਰ, ਆਪਾਂ ਇੱਥੇ ਦੱਸਣਾ ਕਿ ਕਿਹੜਾ ਸਹੀ ਨਹੀਂ ਆ ਹਨਾ। ਕਹਿੰਦੇ ਆਪਾਂ ਆਰਗੇਨਾਈਜ਼ ਕਰ ਸਕਦੇ ਆ ਐਕਸਪਰਟਸ ਦੇ ਲੈਕਚਰ, ਇਹਨੂੰ ਤੁਸੀਂ ਸੋਚੋ ਹਨਾ, ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਅਸੀਂ 3 ਤੋਂ 6 ਸਾਲ ਦੇ ਬੱਚੇ ਦੀ ਗੱਲ ਕਰਦੇ ਆ। ਉਸ ਤੋਂ ਬਾਅਦ ਹੈਗਾ ਮੇਕ ਯੂਰ ਓਨ ਜਰਮਸ, ਇਹ ਕੀ ਹੈ? ਐਕਟੀਵਿਟੀ ਦੇ ਬੇਸਡ ਆ। ਮੈਂ ਤੁਹਾਨੂੰ ਕਲਾਸ ਦੇ ਵਿੱਚ ਐਕਟੀਵਿਟੀਜ਼ ਕਰਾਈਆਂ ਸੀਗੀਆਂ ਕਿ ਜਿਹੜੀ ਜਦੋਂ ਵੀ ਅਸੀਂ ਬੱਚੇ ਨੂੰ, ਖਾਸ ਕਰਕੇ 3 ਤੋਂ 6 ਸਾਲ ਦੇ ਬੱਚੇ ਨੂੰ ਸਿਖਾਉਣਾ, ਪ੍ਰੈਕਟੀਕਲੀ ਸਿਖਾਉਂਗੇ, ਤਾਂ ਕੀ ਕਰੋਗੇ? ਕਿਸੇ ਵੀ ਚੀਜ਼ ਦੇ ਉੱਪਰ, ਜਿਵੇਂ ਕੋਈ ਚੀਜ਼ ਲੈ ਲਈ, ਕੋਈ ਵੀ, ਜਿਵੇਂ ਆਪਾਂ ਕਹੀਏ ਇੱਕ ਤੁਹਾਨੂੰ ਕਲਾਸ ਦੇ ਵਿੱਚ ਕਰਵਾਇਆ ਸੀਗਾ ਕਿ ਕੋਈ ਜੇ ਗਲਵਜ਼ ਲੈ ਲਿਆ, ਉਹਦੇ ਉੱਪਰ ਕੀਟਾਣੂ ਬਣਾ ਦਿਓ ਸਕੈਚ ਦੇ ਨਾਲ, ਪੈਨ ਦੇ ਨਾਲ ਹਨਾ। ਤੇ ਕੀ ਹੁੰਦਾ? ਮੇਕ ਯੂਰ ਓਨ ਜਰਮਸ, ਕਿ ਬੱਚੇ ਨੂੰ ਜਰਮਸ ਬਣਾ ਕੇ ਦਿਖਾਓ ਹਨਾ। ਫਿਰ ਜਿਹੜਾ ਹੈਗਾ ਉਹ ਜਰਮਸ ਨੂੰ ਕਿਵੇਂ ਵਾਸ਼ ਕਰਨਾ ਹੈਗਾ, ਕਿਵੇਂ ਹੈਂਡ ਵਾਸ਼ ਕਰਨੇ ਹੈਗੇ, ਐਕਟੀਵਿਟੀਜ਼ ਬੱਚੇ ਨੂੰ ਤੁਸੀਂ ਸਿਖਾਓਗੇ। ਫਿਰ ਜਿਹੜਾ ਹੈਗਾ ਕਿਵੇਂ ਹੈਂਡ ਵਾਸ਼ ਕਰਨੇ, ਉਹਦੇ ਪੋਸਟਰ ਕਲਾਸ ਦੇ ਵਿੱਚ ਲਾ ਸਕਦੇ ਹੋ, ਇਹ ਵੀ ਸਹੀ ਹੈ, ਇਹਦੇ ਰਾਹੀਂ ਬੱਚੇ ਸਿੱਖ ਜਾਣਗੇ। ਨਾਲ ਹੀ ਬੱਚੇ ਨੂੰ ਕੋਈ ਜਰਮਸ ਦੀ ਟਰੈਵਲਿੰਗ ਐਕਟੀਵਿਟੀ ਵੀ ਸਿਖਾ ਸਕਦੇ ਹੋ। ਕਿਵੇਂ? ਜਿਵੇਂ ਮੈਂ ਤੁਹਾਨੂੰ ਕਲਾਸ ਦੇ ਵਿੱਚ ਦੱਸਿਆ ਸੀਗਾ ਕਿ ਆਟਾ ਲੈ ਲਓ ਇੱਕ ਪਲੇਟ ਦੇ ਵਿੱਚ ਹਨਾ, ਬੱਚੇ ਨੂੰ ਕਹੋ ਉਹਦੇ ਤੇ ਦੋਨੇ ਹੱਥ ਰੱਖੇ ਹਨਾ। ਜਦੋਂ ਹੱਥ ਉਹਨੇ ਆਟਾ ਲੱਗ ਗਿਆ ਉਹਦੇ ਦੋਨੋਂ ਹੱਥਾਂ ਦੇ ਉੱਪਰ, ਫਿਰ ਉਹਨੂੰ ਕੋਈ ਹੋਰ ਚੀਜ਼ ਫੜ ਕੇ ਲਿਆਉਣ ਦੇ ਲਈ ਕਹੋ, ਜਦੋਂ ਉਹਨੂੰ ਫੜੂਗਾ ਉਹਦੇ ਉੱਪਰ ਵੀ ਆਟਾ ਲੱਗ ਜੂਗਾ ਹਨਾ। ਫਿਰ ਕਿਸੇ ਹੋਰ ਚੀਜ਼ ਨੂੰ ਹੱਥ ਲਾਊਗਾ, ਉਹਨੂੰ ਵੀ ਆਟਾ ਲੱਗ ਜੂਗਾ। ਤੇ ਇਸ ਤਰੀਕੇ ਨਾਲ ਤੁਸੀਂ ਬੱਚੇ ਨੂੰ ਸਿਖਾਓਗੇ ਕਿ ਬੇਟਾ ਇਸ ਤਰੀਕੇ ਨਾਲ ਟੱਚ ਦੇ ਨਾਲ ਜਿਹੜੇ ਜਰਮਸ ਨੇ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟ੍ਰਾਂਸਫਰ ਕਰਦੇ। ਇਹ ਕੀ ਹੈ? ਤਿੰਨੋਂ ਐਕਟੀਵਿਟੀਜ਼, ਤਿੰਨਾਂ ਐਕਟੀਵਿਟੀਜ਼ ਦੇ ਰਾਹੀਂ ਤੁਸੀਂ ਬੱਚੇ ਨੂੰ ਸਿਖਾਓਗੇ ਪ੍ਰੈਕਟੀਕਲੀ। ਬੱਚਾ ਛੋਟਾ, ਉਹ ਮਾਰਾਂ ਦੇ ਭਾਸ਼ਣ ਨਹੀਂ ਸਮਝ ਸਕਦਾ, ਇਸ ਕਰਕੇ ਬੱਚੇ ਨੂੰ ਹਾਈਜੀਨ ਸਿਖਾਉਣ ਦਾ ਪਰਫੈਕਟ ਤਰੀਕਾ ਨਹੀਂ ਆ। then ਹੈਗਾ ਫਰਸਟ ਫੇਜ਼ ਆਫ ਸਵੱਛ ਭਾਰਤ ਅਭਿਆਨ ਇਜ਼ ਕਨਕਲੂਡਡ। ਫਰਸਟ ਫੇਜ਼ ਆ ਜਿਹੜਾ ਸਵੱਛ ਭਾਰਤ ਅਭਿਆਨ ਦਾ, ਉਹ ਕਦੋਂ ਸਮਾਪਤ ਹੋਇਆ ਸੀ, ਕਦੋਂ ਕੰਪਲੀਟ ਹੋਇਆ ਸੀ? 2019 ਦੇ ਵਿੱਚ, ਕਿਉਂਕਿ ਸਾਡਾ ਜਿਹੜਾ ਦੂਜਾ ਫੇਜ਼ ਹੈਗਾ ਸਵੱਛ ਭਾਰਤ ਅਭਿਆਨ ਦਾ, ਉਹ ਕਦੋਂ ਸ਼ੁਰੂ ਹੁੰਦਾ? 2021 ਤੋਂ। ਠੀਕ ਹੈ, ਜਿਹੜਾ ਹੁਣ ਸਾਡਾ ਚੱਲ ਰਿਹਾ ਅਭਿਆਨ ਹੈ ਉਹ ਕਿਹੜਾ ਹੈਗਾ ਜੀ? ਆਪਣੇ ਕੋਲ 2020-21 ਵਾਲਾ ਸੈਕਿੰਡ ਫੇਜ਼ ਆ, ਜਿਹਨੂੰ ਆਪਾਂ ਹੁਣ ਫੋਲੋ ਕਰ ਰਹੇ ਹਾਂ। 10th ਕੁਐਸਚਨ ਆਪਣੇ ਕੋਲ, ਵਿਚ ਆਫ ਦਾ ਫੋਲੋਇੰਗ ਕੰਸੀਡਰ ਪ੍ਰਾਇਮਰੀ ਪੈਥਵੇ ਆਫ ਲਰਨਿੰਗ ਇਨ ਪ੍ਰੀ ਸਕੂਲ ਚਿਲਡਰਨ। ਠੀਕ ਹੈ, ਜਦੋਂ ਵੀ ਆਪਾਂ ਪ੍ਰੀ ਸਕੂਲ ਬੱਚੇ ਨੂੰ ਆਰਟ ਸਿਖਾਉਣਾ, ਮਤਲਬ ਕੋਈ ਚੀਜ਼ ਸਿਖਾਉਣੀ ਹੈ, ਤਾਂ ਕਿਹੜੀ ਚੀਜ਼ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਚੀਜ਼ ਆਪਾਂ ਨੂੰ ਲਰਨਿੰਗ ਦੇ ਲਈ ਇੱਕ ਮੁੱਖ ਮਾਰਗ ਮੰਨਦੇ ਆ? ਠੀਕ ਹੈ, ਪ੍ਰਾਇਮਰੀ ਮਾਰਗ ਮੰਨਦੇ ਆ। ਕਹਿੰਦੇ ਆਰਟ, ਡਰਾਇੰਗ ਤੇ ਕਲੇ। ਡਰਾਇੰਗ ਤੇ ਕਲੇ ਵੀ ਕੀ ਨੇ? ਆਰਟ ਹੀ ਨੇ, ਆਰਟ ਦਾ ਹਿੱਸਾ ਹੀ ਬਣ ਜਾਂਦੇ ਆ। ਠੀਕ ਹੈ, ਬੁੱਕਸ ਹੋ ਸਕਦੀਆਂ ਬਟ ਪਰਫੈਕਟ ਆਨਸਰ ਨਹੀਂ ਆ। ਤਾਂ ਆਪਣੇ ਕੋਲ ਜਿਹੜਾ ਇੱਥੇ ਪਰਫੈਕਟ ਆਨਸਰ ਆ ਉਹ ਕੀ? ਆਰਟ ਕਲਾ। ਬੱਚੇ ਨੂੰ ਨਿੱਕੀਆਂ ਨਿੱਕੀਆਂ ਐਕਟੀਵਿਟੀਜ਼, ਥੋੜੀ ਜਿਹੀ ਡਰਾਇੰਗ ਦੇ ਦਿਓ, ਕਲੇ ਦੇ ਦਿਓ, ਇਹਦੇ ਰਾਹੀਂ ਬੱਚੇ ਬਹੁਤ ਜ਼ਿਆਦਾ ਅੱਛਾ ਲਰਨ ਕਰਦੇ ਆ। ਇਹਦਾ ਮਤਲਬ ਕੀ ਆ? ਆਰਟ ਕੀ ਆ? ਪਰਫੈਕਟ ਵੇ ਹੁੰਦਾ ਇੱਕ ਬੱਚੇ ਨੂੰ ਸਿਖਾਉਂਦਾ। ਇੱਕ ਤਰੀਕੇ ਨਾਲ ਆਰਟ ਕੀ ਐਕਟੀਵਿਟੀ ਆ, ਤੇ ਅਸੀਂ ਐਕਟੀਵਿਟੀ, ਪਲੇ, ਇਹਨਾਂ ਚੀਜ਼ਾਂ ਨੂੰ ਕੀ ਆਖਦੇ ਆ? ਕਿ ਸਿੱਖਣ ਦਾ ਇੱਕ, ਖਾਸ ਕਰਕੇ ਛੋਟੀ ਉਮਰ ਦੇ ਵਿੱਚ ਸਿੱਖਣ ਦਾ ਮੇਨ ਜਿਹੜੇ ਹੈਗੇ ਆ ਵੇ ਹੁੰਦੇ ਨੇ ਸਾਡੇ ਕੋਲ ਐਕਟੀਵਿਟੀਜ਼ ਤੇ ਪਲੇ। ਤੇ ਆਰਟ ਆ ਜਿਹੜਾ ਆਪਣੇ ਆਪ ਵਿੱਚ ਛੋਟੇ ਬੱਚੇ ਲਈ ਇੱਕ ਪਲੇ ਜਾਂ ਐਕਟੀਵਿਟੀ ਆ। ਠੀਕ ਹੈ, ਡਰਾਇੰਗ ਤੇ ਕਲੇ ਕਿਉਂਕਿ ਆਰਟ ਦੇ ਵਿੱਚ ਹੀ ਆ ਜਾਂਦੇ ਆ, ਇਸ ਕਰਕੇ ਆਪਣੇ ਕੋਲ ਪਰਫੈਕਟ ਆਨਸਰ ਕੀ ਹੋਊਗਾ? ਆਰਟ।
11 क्वेश्चन है विच ऑफ फॉलोइंग नॉट इंक्लूड इन 3 डायमेंशन ऑफ विजुअल आर्ट। विजुअल आर्ट की हुंदा जिहड़ा तुहानू दिख रहा ना क्ले मॉडलिंग जिहदे च असीं मतलब रिप्रेजेंट कर रहे हैं किसी पेपर के उपर किसी स्कल्पचर के उपर तो क्ले जिहड़ा हैगा क्ले मॉडलिंग होगी क्रेविंग होगी कोई मूर्ति की नकाशी होगी या किसी चीज की ब्लॉक्स बनाने होगे जिन्हां च तुसीं मतलब किसी चीज नू यूज कर रहे हैगे मोल्ड कर रहे हैगे। सर्कस जिहड़ी हैगी आ तुहाडा परफॉर्मेंस आर्ट आ विजुअल आर्ट नहीं हैगा तो इस करके असीं विजुअल आर्ट दे जिहड़े हैगे आ डायमेंशन उन्हां दे विच सर्कस नू नहीं रखदे। जिहड़ा परफॉर्मेंस आर्ट हुंदा ਉਹ ਹੁੰਦਾ ਤੁਹਾਡੇ ਫੇਸ਼ੀਅਲ ਇੰਪ੍ਰੈਸ਼ਨਸ ਦੇ ਨਾਲ ਕਿਵੇਂ ਤੁਸੀਂ ਆਪਦੀ ਬਾਡੀ ਨੂੰ ਯੂਜ਼ ਕਰਕੇ ਜਿਹੜਾ ਹੈਗਾ ਕਿਸੇ ਆਰਟ ਨੂੰ ਪ੍ਰੈਜ਼ੈਂਟ ਕਰਦੇ ਆ। ਠੀਕ ਹੈ, ਜੇ ਤੁਸੀਂ ਕਿਸੇ ਚੀਜ਼ ਦੇ ਉੱਪਰ ਪ੍ਰੈਜ਼ੈਂਟ ਕਰਦੇ ਆ ਦੇਖਣਯੋਗ ਚੀਜ਼ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ ਹੋ ਕੀ ਹੋਊਗਾ ਵਿਜ਼ੂਅਲ ਆਰਟ। 12 क्वेश्चन है इन विच एज चाइल्ड स्टार्ट होल्डिंग क्रायॉन्स। क्रायॉन्स की ने कलर, ठीक है, कलर जिहड़ियां पेंसिल्स हुंदियां ने तां क्रायॉन फड़ना जब बच्चा किसी भी पेन नू फड़ना जिहड़ा हैगा 3 साल तो शुरू कर दिंदा। ठीक है जी, तो 3 साल की एज है जिहड़ी बच्चे की परफेक्ट एज मन्नी जाती है। नैक्सट क्वेश्चन अपने कोल हाउ प्रिपेयरिंग टू प्री स्कूल चिल्ड्रनस फॉर आर्ट बाय। एक बच्चे ਨੂੰ ਜਦੋਂ ਵੀ ਪ੍ਰੀ ਸਕੂਲ ਦੇ ਵਿੱਚ ਆਰਟ ਦੇ ਲਈ ਤਿਆਰ ਕਰਨਾ ਤਾਂ ਕਿਹੜੀ ਐਕਟੀਵਿਟੀਜ਼ ਕੀ ਕਿਹੜੀਆਂ ਚੀਜ਼ਾਂ ਮਤਲਬ ਬੱਚੇ ਨੂੰ ਤਿਆਰ ਕਰਨ ਦੇ ਲਈ ਕੀਤੀਆਂ ਜਾ ਸਕਦੀਆਂ। ਟੀਚ ਫੰਡਾਮੈਂਟਲਸ ਆਫ ਆਰਟ, ਇੱਕ ਬੱਚੇ ਨੂੰ ਆਰਟ ਦੇ ਜਿਹੜੇ ਫੰਡਾਮੈਂਟਲਸ ਆ ਉਹ ਸਿਖਾਏ ਜਾਣਗੇ। ਬਿਲਕੁਲ ਸਹੀ ਆ ਨਾ, ਇੱਕ ਛੋਟਾ ਬੱਚਾ ਤਾਂ ਅਸੀਂ ਜਿਹੜੇ ਹੈਗੇ ਆ ਉਹਨੂੰ ਸਿੰਪਲ ਜਿਹੜੀਆਂ ਐਕਟੀਵਿਟੀਜ਼ ਨੇ ਸਿੰਪਲ ਜੋ ਆਰਟ ਹੈਗਾ ਉਹ ਬੱਚੇ ਨੂੰ ਇੰਟਰੋਡਿਊਸ ਕਰਦੇ ਆ ਹਨਾ। जिवें आपां ये आख दईए कि आपां बच्चे नूं पहला प्राइमरी रंग दसदे सैकेंडरी रंग दसदे इन्हां चीज़ां दे रही आपां बच्चे नूं छोटियां एक्टिविटी करनियां दसदियां है ना। दैन हैगा आपां बच्चे नूं टीच रोल ऑफ द आर्टिस्ट। एक आर्टिस्ट दा रोल की हुंदा किवें उहने चीज़ां नूं चकना किवें मटीरियल नूं यूज करना किवें नवें मटीरियल नाल इंट्रोड्यूस होना ये चीज़ां बच्चे नूं दसोगे है ना छोटे लैवल ते। ते फिर लुकिंग एट आर्ट फिर जिहड़ी क्लास ओहदी हैगी ओहदे च पूरा आर्ट नूं प्रेजेंट करोगे जिवें दी बच्चे दी एक्सप्लोरेशन होगी उवें दा ही बच्चा लर्न करूगा। ओहदे डिस्पले बोर्ड आर्ट नाल भरे होणगे है ना। इन्हां सारियां चीज़ां दे राहीं ही बच्चा जिहड़ा हैगा ਉਹ ਸਿੱਖੂਗਾ। ਜਿਹੜੇ ਫੰਡਾਮੈਂਟਲਸ ਨੇ ਉਹਨਾਂ ਵਿੱਚ ਆਪਾਂ ਬੱਚੇ ਨੂੰ ਬੇਸਿਕਲੀ ਕੀ ਸਿਖਾ ਸਕਦੇ ਹੁੰਦੇ ਆ ਜਿਵੇਂ ਆਪਾਂ ਕਹੀਏ ਜ਼ੀਰੋ ਕੀ ਆ ਸੌਰੀ ਸਰਕਲ ਕੀ ਆ ਸਕੁਅਰ ਕੀ ਆ ਹਨਾ ਇਹਨਾਂ ਚ ਕਲਰ ਕਿਵੇਂ ਫਿਲ ਕਰਨੇ ਨੇ ਟ੍ਰਾਇੰਗਲ ਕਿਵੇਂ ਆ ਜਾਂ ਆਪਾਂ ਲਾਈਨਸ ਕਿਵੇਂ ਨੇ ਕਲਰ ਕੀ ਹੁੰਦੇ ਆ ਪ੍ਰਾਇਮਰੀ ਕਲਰ ਕਿਹੜੇ ਆ ਹਨਾ। ਇਹ ਸਾਰੀਆਂ ਚੀਜ਼ਾਂ ਸਿੰਪਲ ਚੀਜ਼ਾਂ ਸਿਖਾਉਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਰਾਹੀਂ ਹੀ ਬੱਚਾ ਕੀ ਆ ਬੱਚੇ ਨੂੰ ਅਸੀਂ ਪ੍ਰਿਪੇਅਰ ਕਰ ਸਕਦੇ ਆ ਆਰਟ ਦੇ ਲਈ। ਨੈਕਸਟ ਕੁਐਸਚਨ ਆਪਣੇ ਕੋਲ which of following not ideal activity of art for preschool। preschool ਜਿਹੜੇ ਬੱਚੇ ਨੇ ਛੋਟੀ ਉਮਰ ਦੇ ਜੋ ਬੱਚੇ ਨੇ ਉਹਨਾਂ ਦੇ ਲਈ ਕਿਹੜੀ ਆਰਟ ਦੀ ਪਰਫੈਕਟ ਐਕਟੀਵਿਟੀ ਨਹੀਂ ਆ ਮਤਲਬ ਕਿ ਇੱਕ ਆਈਡਲ ਐਕਟੀਵਿਟੀ ਨਹੀਂ ਆ ਉਹਨਾਂ ਦੀ ਉਮਰ ਦੇ ਅਕੋਰਡਿੰਗ ਤੋਂ ਕੋਈ ਐਕਟੀਵਿਟੀ ਨਹੀਂ ਆ। ਕਲੇ ਐਕਟੀਵਿਟੀ ਬਿਲਕੁਲ ਪ੍ਰੀ ਸਕੂਲਰ ਬੱਚਿਆਂ ਦੇ ਲਈ ਉਹ ਬੱਚੇ ਕਲੇ ਨੂੰ ਲੈ ਕੇ ਏ ਲਿਖ ਲਈ ਬੀ ਲਿਖ ਲਈ ਜਾਂ ਚੌਂਪੜੀ ਬਣਾ ਲਈ ਜਾਂ ਹੋਰ ਕਾਫੀ ਸਾਰੀਆਂ ਚੀਜ਼ਾਂ ਬੱਚੇ ਕਲੇ ਦੇ ਨਾਲ ਕਰਦੇ ਨੇ ਹਨਾ। ਮਿਊਜ਼ਿਕ ਡਾਂਸ ਉਹਨਾਂ ਦੇ ਲਈ ਮੁੱਖ ਐਕਟੀਵਿਟੀ ਹੋ ਸਕਦਾ। ਸਿੰਪਲ ਕ੍ਰਾਇਓਨਸ ਦੇ ਨਾਲ ਡਰਾਇੰਗ ਕਰਨੀ ਉਹਨਾਂ ਲਈ ਹੋ ਸਕਦੀ ਹੈ ਬਟ ਪਰਫੈਕਟ ਸਕੈਚ ਬਣਾਉਣੇ ਜਿਹੜਾ ਹੈ ਉਹ ਬੱਚਾ ਨਹੀਂ ਕਰ ਸਕਦਾ। ਸਕੈਚ ਕੀ ਹੁੰਦੇ ਆ ਜਿਵੇਂ ਆਪਾਂ ਕਹੀਏ ਕਿਸੇ ਪਰਸਨ ਦੀ ਸ਼ਕਲ ਬਣਾ ਦਿਓ ਰੂਪ ਰੇਖਾ ਉਹਨੂੰ ਹਜੇ ਬੱਚਾ ਖਾਸ ਕਰਕੇ 3 ਸਾਲ ਦੇ ਪੀਰੀਅਡ ਤੋਂ ਨਹੀਂ ਕਰ ਸਕਦਾ। ਠੀਕ ਹੈ ਜੀ। ਦੈਨ ਹੈ ਆਪਣੇ ਕੋਲ PWD ਪਰਸਨ ਵਿਦ ਡਿਸੇਬਿਲਿਟੀ 1995 ਕੀ ਰਿਕਮੈਂਡ ਕਰਦੀ ਇਹਨੇ ਕੀ ਰਿਕਮੈਂਡ ਕੀਤਾ ਕਿ 18 ਸਾਲ ਤੱਕ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ। ਬਿਲਕੁਲ ਸਹੀ ਆ। ਜਿਵੇਂ ਵੀ ਡਿਸੇਬਲ ਬੱਚਾ ਹੈਗਾ ਜਾਂ ਜੋ ਵੀ ਇਨਕਲੂਸਿਵ ਐਜੂਕੇਸ਼ਨ ਵਾਲਾ ਬੱਚਾ ਆਉਂਦਾ ਹੈਗਾ ਖਾਸ ਸਿੱਖਿਆ ਹੋਇਆ ਸਪੈਸ਼ਲ ਐਜੂਕੇਸ਼ਨ ਵਾਲਾ ਬੱਚਾ ਵੀ ਜੇ ਹੈ ਉਹਦੇ ਅਕੋਰਡਿੰਗ ਢੁਕਵਾਂ ਪਾਠਕ੍ਰਮ ਹੋਣਾ ਚਾਹੀਦਾ। ਤੇ ਜਿਹੜੇ ਡਿਸੇਬਲ ਬੱਚੇ ਨੇ ਪਰਸਨ ਵਿਦ ਡਿਸੇਬਿਲਿਟੀ ਵਾਲੇ ਨੇ ਉਹਨਾਂ ਨੂੰ ਟਰਾਂਸਪੋਰਟ ਫੈਸਿਲਿਟੀਜ਼ ਵੀ ਦਿੱਤੀਆਂ ਜਾਣ ਆਵਾਜਾਈ ਦੇ ਚੰਗੇ ਸਰੋਤ ਕਿਵੇਂ ਜਾਣਾ ਆਉਣਾ ਇਹ ਵੀ ਸੁਰੱਖਿਆ ਇੱਕ ਤਰੀਕੇ ਨਾਲ ਦਿੱਤੀ ਜਾਵੇ। ਕੰਫਰਟੇਬਲ ਜਿਹੜਾ ਹੈ ਪਲੇਸਿਸ ਜਿਹੜੇ ਆਵਾਜਾਈ ਦੇ ਸੋਰਸ ਨੇ ਪ੍ਰੋਵਾਈਡ ਕੀਤੇ ਜਾਣ। ਸਲਮੈਂਕਾ ਸਟੇਟਮੈਂਟ 1994 ਦੇ ਵਿੱਚ ਜੋ ਸਲਮੈਂਕਾ ਸਟੇਟਮੈਂਟ ਹੋਈ ਸੀ ਉਹ ਕਿਹਦੇ ਨਾਲ ਰਿਲੇਟਡ ਆ ਤਾਂ ਸਲਮੈਂਕਾ ਦੇ ਵਿੱਚ ਜੋ ਸਟੇਟਮੈਂਟ ਹੋਈ ਉਹ ਇਨਕਲੂਸਿਵ ਐਜੂਕੇਸ਼ਨ ਦੇ ਨਾਲ ਰਿਲੇਟਡ ਆ ਜਿਸ 'ਚ ਆਖਿਆ ਗਿਆ ਸੀ ਕਿ ਡਿਸੇਬਲ ਬੱਚੇ ਜਾਂ ਜੋ ਵੀ ਬੱਚੇ ਸਪੈਸ਼ਲ ਨੀਡਸ ਵਾਲੇ ਬੱਚੇ ਨੇ ਉਹਨਾਂ ਨੂੰ ਇੱਕੋ ਸਕੂਲ ਦੇ ਵਿੱਚ ਇੱਕੋ ਛੱਤ ਦੇ ਥੱਲੇ ਪੜਾਇਆ ਜਾਵੇ। ਦੈਨ ਹੈਗਾ ਪਲੈਨਡ ਸੀਕੁਐਂਸ ਆਫ ਇੰਸਟਰਕਸ਼ਨ ਜਿਹੜਾ ਅੰਦੇਸ਼ਨ ਟੀਚਰ ਦਿੰਦਾ ਹੈਗਾ ਉਹਨਾਂ ਅੰਦੇਸ਼ਨਾਂ ਦਾ ਜਦ ਸਕੂਲ ਦੇ ਵਿੱਚ ਜੋ ਵੀ ਹੈ ਜੋ ਵੀ ਇੱਕ ਇੰਟਰੈਕਸ਼ਨ ਹੋ ਰਹੀ ਆ ਉਹਨਾਂ ਸਾਰੇ ਅੰਦੇਸ਼ਨਾਂ ਦਾ ਜਿਹੜਾ ਇੱਕ ਪਲੈਨਡ ਸੀਕੁਐਂਸ ਹੈਗਾ ਜੋ ਵੀ ਐਕਟੀਵਿਟੀਜ਼ ਬੱਚੇ ਨੇ ਸਕੂਲ ਦੇ ਘੇਰੇ ਦੇ ਵਿੱਚ ਕਰਨੀਆਂ ਨੇ ਜਾਂ ਕ੍ਰੈਚੇਸ ਦੇ ਘੇਰੇ ਜਾਂ ਆਂਗਣਵਾੜੀਆਂ ਦੇ ਘੇਰੇ ਦੇ ਵਿੱਚ ਕਰਨੀਆਂ ਨੇ ਉਹ ਸਾਰਾ ਕੀ ਹੁੰਦਾ ਹੈਗਾ ਆਪਣੇ ਕੋਲ ਕਰਿਕੂਲਮ। ਦੈਨ ਹੈਗਾ ਸਟੋਰੀ ਟੈਲਿੰਗ ਇਜ਼ ਵਿਚ ਟਾਈਪ ਆਫ ਐਕਟੀਵਿਟੀ। ਜਦੋਂ ਵੀ ਅਸੀਂ ਐਕਟੀਵਿਟੀ ਦੀ ਗੱਲ ਕਰਦੇ ਹਾਂ ਤੇ ਐਕਟੀਵਿਟੀ ਨੂੰ ਬੈਲੈਂਸ ਕਰਨ ਦੀ ਗੱਲ ਕਰਦੇ ਹਾਂ
ਤਾਂ ਸਾਡੇ ਕੋਲ ਕੁਆਇਟ ਤੇ ਐਕਟਿਵ ਦੋ ਤਰੀਕੇ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ। ਠੀਕ ਹੈ, ਕੁਆਇਟ ਐਕਟੀਵਿਟੀਜ਼ ਕੀ ਨੇ, ਜਿੱਥੇ ਬੱਚਾ ਸਿੰਪਲ ਬਹੁਤਾ ਐਕਟਿਵ ਨਹੀਂ ਹੈਗਾ ਤੇ ਉਹ ਸ਼ਾਂਤ, ਮਤਲਬ ਥੋੜਾ ਸੁਣ ਜ਼ਰੂਰ ਰਿਹਾ ਹੋਊਗਾ ਬਟ ਸ਼ਾਂਤ ਹੋਊਗਾ, ਬਹੁਤੀ ਕੋਈ ਭੱਜਾ ਦੌੜੀ ਨਹੀਂ ਉਹ ਕਰ ਰਿਹਾ। ਠੀਕ ਹੈ, ਦਿਮਾਗ ਐਕਟਿਵ ਆ ਬਟ ਵੈਸੇ ਜਿਹੜਾ ਹੈਗਾ ਉਹ ਕੀ ਆ, ਬੈਠਾ ਹੋਇਆ, ਕੋਈ ਐਵੇਂ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਰਿਹਾ। ਠੀਕ ਹੈ ਜੀ, ਤਾਂ ਕਿਹੜੀ ਆ, ਕੁਆਇਟ ਜਾਂ ਐਕਟਿਵ। ਆਪਣੇ ਕੋਲੇ ਦੋ ਹੀ ਮੇਨ ਨੇ, ਕੁਆਇਟ ਜਾਂ ਐਕਟਿਵ। ਤੀਜੀ ਐਕਟੀਵਿਟੀ ਨੂੰ ਜਿਹੜੀ ਹੈਗਾ ਆਪਾਂ ਇਹ ਚ ਕਾਊਂਟ ਨਹੀਂ ਕਰਦੇ ਜਦੋਂ ਵੀ ਅਸੀਂ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ। ਤਾਂ ਸਟੋਰੀ ਟੈਲਿੰਗ ਹੈਗੀ ਆ ਜਿਹੜੀ ਆਪਣੇ ਕੋਲ ਕੁਆਇਟ ਆ। ਠੀਕ ਹੈ, ਕਿਉਂਕਿ ਇਹਦੇ ਚ ਕੀ ਆ, ਟੀਚਰ ਕਹਾਣੀ ਸੁਣਾ ਰਿਹਾ ਹੈਗਾ, ਬੱਚਾ ਮੈਂਟਲੀ ਐਕਟਿਵ ਆ, ਉਹ ਕਹਾਣੀ ਸੁਣ ਰਿਹਾ। ਜਦੋਂ ਕਿ ਕੋਈ ਵੀ ਖੇਡ ਹੈਗੀ ਆ, ਜਦੋਂ ਬੱਚਾ ਖੇਡਦਾ ਹੈਗਾ, ਡਾਂਸ ਕਰਦਾ ਹੈਗਾ, ਤਾਂ ਉਹਦੇ ਚ ਕੀ ਆ, ਬੱਚਾ ਐਕਟਿਵ ਆ, ਆਪਦੇ ਸਰੀਰ ਨੂੰ ਯੂਜ਼ ਕਰ ਰਿਹਾ, ਤਾਂ ਉਹਨਾਂ ਐਕਟੀਵਿਟੀਜ਼ ਨੂੰ ਅਸੀਂ ਕੀ ਆ, ਐਕਟਿਵ ਦੇ ਵਿੱਚ ਰੱਖਾਂਗੇ। ਜਦੋਂ ਵੀ ਕਰਿਕੂਲਮ ਜਾਂ ਆਪਾਂ ਕਿ ਜਦੋਂ ਵੀ ਇੱਕ ਪਾਠਕ੍ਰਮ ਤੁਸੀਂ ਪ੍ਰੀ ਸਕੂਲ ਚਿਲਡਰਨ ਦੇ ਲਈ ਤਿਆਰ ਕਰੋਗੇ ਐਜ਼ ਅ ਟੀਚਰ, ਤਾਂ ਇਹ ਜ਼ਰੂਰੀ ਆ ਕਿ ਤੁਹਾਡੀਆਂ ਕੁਆਇਟ ਤੇ ਜਿਹੜੀਆਂ ਐਕਟਿਵ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਇੱਕ ਬੈਲੈਂਸ ਹੋਵੇ। ਇੱਕ ਐਕਟੀਵਿਟੀ ਤੁਹਾਡੀ ਕੁਆਇਟ ਹੋਵੇ, ਫਿਰ ਜਿਹੜੀ ਹੈਗੀ ਆ, ਮੰਨ ਲਓ ਪਹਿਲਾਂ ਤੁਸੀਂ ਐਕਟਿਵ ਐਕਟੀਵਿਟੀ ਲੈ ਲਈ ਜਿਸ 'ਚ ਬੱਚਾ ਭੱਜ ਦੌੜ ਕਰ ਰਿਹਾ, ਖੇਡ ਰਿਹਾ, ਉਸ ਤੋਂ ਬਾਅਦ ਇੱਕ ਸ਼ਾਂਤ ਐਕਟੀਵਿਟੀ ਲੈ ਲਈ ਜਿਸ 'ਚ ਬੱਚਾ ਬੈਠ ਕੇ ਰਿਲੈਕਸ ਹੋ ਜਾਊਗਾ ਬਟ ਉਹ ਮੈਂਟਲੀ ਕੰਮ ਕਰ ਰਿਹਾ, ਬਟ ਉਹ ਸਰੀਰ ਨੂੰ ਰਿਲੈਕਸੇਸ਼ਨ ਮਿਲ ਜੂ। ਫਿਰ ਇੱਕ ਐਕਟੀਵਿਟੀ ਜਿਹੜੀ ਤੁਸੀਂ ਐਕਟਿਵ ਲੈ ਸਕਦੇ ਹੋ। ਇਸ ਤਰੀਕੇ ਨਾਲ ਬੈਲੈਂਸ ਕੀਤੀਆਂ ਜਾਣਗੀਆਂ ਐਕਟੀਵਿਟੀਜ਼। ਠੀਕ ਹੈ ਜੀ, ਦੈਨ ਹੈ ਕਲਾਸ ਸਕੀਮ ਸਟਾਰਟਡ ਟੂ ਪ੍ਰਮੋਟ। ਪਹਿਲਾਂ ਤਾਂ ਦੇਖੋ ਜਿਹੜੀ ਕਲਾਸ ਸਕੀਮ ਆ ਹੈ ਕੀ, ਕਲਾਸ ਦੀ ਫੁੱਲ ਫਾਰਮ ਹੈਗੀ ਆ ਕੰਪਿਊਟਰ ਲਿਟਰੇਸੀ ਐਂਡ ਸਟੱਡੀਜ਼ ਇਨ ਸਕੂਲ। ਵੈਸੇ ਹਾਇਰ ਸਕੂਲ ਦੇ ਲਈ ਆ, ਮਤਲਬ ਆਪਾਂ ਕਿ ਪ੍ਰੀ ਸਕੂਲ ਦੇ ਲਈ ਪ੍ਰੋਗਰਾਮ ਨਹੀਂ ਸੀਗਾ, ਬਟ ਜਦੋਂ ਜਿਹੜੀ ਨੈਸ਼ਨਲ ਪਾਲਿਸੀ ਆਈ ਹੈ ਨਾ, ਤਾਂ ਉਹਨੇ ਐਜੂਕੇਸ਼ਨ ਨੈਸ਼ਨਲ ਪਾਲਿਸੀ 1986 ਆਈ, ਫਿਰ 1992 ਦੇ ਵਿੱਚ ਜਦੋਂ ਮੋਡੀਫਾਈ ਹੋਈ ਤਾਂ ਉਹਦੇ ਚ ਈਟੀ ਦੇ ਉੱਪਰ ਜ਼ੋਰ ਦਿੱਤਾ ਗਿਆ, ਯਾਨੀ ਐਜੂਕੇਸ਼ਨ ਟੈਕਨੋਲੋਜੀ ਦੇ ਉੱਪਰ ਜ਼ੋਰ ਦਿੱਤਾ ਗਿਆ। ਜਦੋਂ ਐਜੂਕੇਸ਼ਨ ਟੈਕਨੋਲੋਜੀ ਦੇ ਉੱਪਰ ਜ਼ੋਰ ਦਿੱਤਾ ਤਾਂ ਉਸੇ ਦੌਰਾਨ ਆਪਣੇ ਕੋਲ ਦੋ ਜਿਹੜੀਆਂ ਸੀਗੀਆਂ ਮੇਨ ਸਕੀਮਾਂ ਸਾਹਮਣੇ ਆਈਆਂ, ਇੱਕ ਤਾਂ ਈਟੀ ਯਾਨੀ ਕਿ ਐਜੂਕੇਸ਼ਨ ਟੈਕਨੋਲੋਜੀ ਤੇ ਦੂਜੀ ਕਲਾਸ। ਠੀਕ ਹੈ, ਕਲਾਸ ਆ ਜਿਹੜੀ ਬੇਸਿਕਲੀ ਆਈਸੀਟੀ ਦੇ ਉੱਪਰ ਹੀ ਜ਼ੋਰ ਦਿੰਦੀ ਆ, ਯਾਨੀ ਇਨਫੋਰਮੇਸ਼ਨ ਐਂਡ ਜਿਹੜੀ ਕਮਿਊਨੀਕੇਸ਼ਨ ਟੈਕਨੋਲੋਜੀ ਆ ਉਹਨੂੰ ਐਜੂਕੇਸ਼ਨ ਦੇ ਵਿੱਚ ਪ੍ਰਮੋਟ ਕਰਨ ਦੇ ਉੱਪਰ ਜ਼ੋਰ ਦਿੰਦੀ ਆ, ਸਕੂਲ ਦੇ ਵਿੱਚ ਪ੍ਰਮੋਟ ਕਰਨ ਦੇ ਉੱਪਰ ਜ਼ੋਰ ਦਿੰਦੀ ਹੈ। ਮੇਨ ਜਿਹੜਾ ਪਰਪਸ ਇਹਦਾ ਕੀ ਹੈਗਾ ਕਿ ਕੰਪਿਊਟਰ ਲਿਟਰੇਸੀ ਤੇ ਬੱਚਿਆਂ ਨੂੰ ਜਿਹੜੀ ਹੈਗੀ ਕੰਪਿਊਟਰ ਦੀ ਜਾਣਕਾਰੀ ਦਿੱਤੀ ਜਾਵੇ ਤੇ ਨਾਲ ਹੀ ਜਿਹੜਾ ਹੈ ਸਕੂਲ ਦੇ ਵਿੱਚ ਕੰਪਿਊਟਰ ਦੀ ਸਟੱਡੀ ਵੀ ਕਰਵਾਈ ਜਾਵੇ, ਤੇ ਇਹਦੇ ਨਾਲ ਡੀਲ ਕਰਦਾ ਹੈਗਾ ਸਾਡਾ ਕਲਾਸ ਪ੍ਰੋਗਰਾਮ। ਠੀਕ ਹੈ ਜੀ, ਮਤਲਬ ਆਈਸੀਟੀ ਨੂੰ ਪ੍ਰਮੋਟ ਕਰਨ ਦੇ ਉੱਪਰ। CCE include, CCE ਕੀ ਹੈਗਾ, ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਊਗਾ ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਆ, ਤਾਂ ਸਾਡੇ ਕੋਲ ਇਹ ਚੀਜ਼ ਤਾਂ ਆਉਣੀ ਆ ਕਿ ਕੰਟੀਨਿਊਸ ਵੀ ਆ, ਠੀਕ ਹੈ, ਨਿਰੰਤਰ ਹੋ ਰਹੀ ਆ ਤੇ ਹਰ ਇੱਕ ਵਰਗ ਤੋਂ। ਹੁਣ ਜਿਹੜੀ ਆ ਹਰ ਇੱਕ ਵਰਗ ਹੈਗਾ ਇਹਦੇ ਚ ਸਾਡੀ ਸਕੋਲਿਸਟਿਕ ਤੇ ਕੋਸ ਸਕੋਲਿਸਟਿਕ ਆਉਣੀ ਆ। ਠੀਕ ਹੈ, ਯਾਨੀ ਕਿ ਸਕੋਲਿਸਟਿਕ ਕੀ ਆ ਕਿ ਜਿਹੜੇ ਉਹਦੇ ਸਬਜੈਕਟਸ ਨੇ, ਜੇ ਆਪਾਂ ਉਹਨਾਂ ਨੂੰ ਆਰਟ ਲਾਇਆ ਜਾਂ ਲੈਂਗੁਏਜ ਲਾਈਆਂ ਇੱਕ ਬੱਚੇ ਨੂੰ, ਤਾਂ ਉਹਨੂੰ ਅਸੀਂ ਜੱਜ ਕਰਾਂਗੇ ਸਕੋਲਿਸਟਿਕ ਤਰੀਕੇ ਨਾਲ। ਸਕੋਲਿਸਟਿਕ ਐਕਟੀਵਿਟੀਜ਼ ਨੇ ਉਹ ਜਿਹੜੀਆਂ ਉਹਦੀਆਂ ਖੇਡਾਂ ਨੇ, ਬਿਹੇਵੀਅਰ ਕਿਵੇਂ ਆ ਕਲਾਸ ਦੇ ਵਿੱਚ, ਇੰਟਰੈਕਸ਼ਨ ਕਿਵੇਂ ਆ। ਠੀਕ ਹੈ, ਬਾਕੀ ਕੋ ਕਰਿਕੂਲਰ ਐਕਟੀਵਿਟੀਜ਼ ਵਿੱਚ ਬੱਚਾ ਕਿੰਨਾ ਐਕਟਿਵ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ, ਦੀ ਪਰਸਨੈਲਿਟੀ ਨੂੰ ਅਸੀਂ ਜੱਜ ਕਰਾਂਗੇ ਕੋ ਸਕੋਲਿਸਟਿਕ ਐਕਟੀਵਿਟੀਜ਼ ਦੇ ਵਿੱਚ। ਠੀਕ ਹੈ, ਜਾਣੀ ਅਸੀਂ ਇੱਕ ਬੱਚੇ ਦਾ ਜੋ ਸਮੁੱਚਾ ਮੁਲਾਂਕਣ ਕਰਨਾ ਤੁਸੀਂ ਉਹ ਦੋਨਾਂ ਪੱਖਾਂ ਤੋਂ ਕਰਨਾ, ਅਕਾਦਮਿਕ ਵੀ ਤਾਂ ਗੈਰ ਅਕਾਦਮਿਕ ਵੀ। ਤਾਂ ਇਹਦਾ ਮਤਲਬ ਕੀ ਸਾਡੇ ਕੋਲੇ ਦੋਨੋਂ ਚੀਜ਼ਾਂ ਹੀ ਬੋਥ A ਐਂਡ B ਜਿਹੜਾ ਹੈਗਾ CCE ਦੇ ਲਈ ਵਿੱਚ ਸ਼ਾਮਲ ਆ। ਤੇ ਅਸੀਂ ਸਾਡੀ ਅੱਜ ਦੀ MCQ ਸੀਰੀਜ਼ ਨੈਕਸਟ ਕਲਾਸ ਦੇ ਵਿੱਚ ਜਿਹੜੇ ਨਵੇਂ ਕੁਐਸਚਨ ਹੈਗੇ ਆ, ਨਵੀਆਂ ਸੀਰੀਜ਼ ਨੇ ਉਹ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।